ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ਮਾਨਸਿਕ ਰੋਗ ਤੇ ਸਾਡਾ ਸਮਾਜ ਦਾ ਲੇਖ ਹੈ ਵਿਚਲਿਤ ਵਿਵਹਾਰ। ਮਨੁੱਖੀ ਸੁਭਾਅ ਬਾਰੇ ਵੀ ਆਪਾਂ ਗੱਲ ਕੀਤੀ ਹੈ। ਸੁਭਾਅ ਹੈ ਮਨੁੱਖ ਦੀ ਕਿਰਿਆਸ਼ੀਲਤਾ। ਕਿਸ ਸਥਿਤੀ ਵਿੱਚ ਆਦਮੀ ਕਿਸ ਤਰ੍ਹਾਂ ਕਾਰਜਸ਼ੀਲ ਹੋਏਗਾ, ਇਹ ਉਸ ਮਨੁੱਖ ਦੇ ਸੁਭਾਅ ਤੇ ਨਿਰਭਰ ਕਰਦਾ ਹੈ। ਰੋਜ਼ਮर्रा ਦੀ ਜ਼ਿੰਦਗੀ 'ਚ ਦਰਪੇਸ਼ ਸਮੱਸਿਆਵਾਂ ਨੂੰ ਕੋਈ ਆਦਮੀ ਕਿਸ ਤਰ੍ਹਾਂ ਨਜਿੱਠੇਗਾ, ਇਹ ਉਹਦੇ ਸੁਭਾਅ ਨੇ ਤੈਅ ਕਰਨਾ ਹੈ। ਸੁਭਾਅ ਹੀ ਕਿਰਿਆਸ਼ੀਲ ਹੋ ਕੇ ਵਿਵਹਾਰ ਬਣਦਾ ਹੈ। ਸੁਭਾਅ ਨੂੰ ਰੂਪ ਦੇਣ 'ਚ ਵਿਚਾਰਾਂ ਦਾ ਬੜਾ ਯੋਗਦਾਨ ਹੈ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸੁਭਾਅ ਤੇ ਵਿਚਾਰ ਇੱਕੋ ਹੀ ਗੱਲ ਦਾ ਪ੍ਰਤੀਕ ਹਨ। ਆਪਾਂ ਜਾਣਦੇ ਹਾਂ ਕਿ ਸਿੱਖਿਆ ਤੇ ਗਿਆਨ ਰਾਹੀਂ ਮਨੁੱਖ ਨੂੰ ਸੇਧ ਮਿਲਦੀ ਹੈ। ਇਸ ਤਰ੍ਹਾਂ ਇੱਕ ਵਿਚਾਰਧਾਰਾ ਬਣਦੀ ਹੈ। ਉਹੀ ਵਿਚਾਰਧਾਰਾ ਮਨੁੱਖ ਦੀ ਕਾਰਜਸ਼ੀਲਤਾ ਵਿੱਚ ਤਬਦੀਲ ਹੁੰਦੀ ਹੈ। ਕਿਰਿਆ ਮਨੁੱਖ ਦਾ ਸੁਭਾਅ ਅਖਵਾਉਂਦੀ ਹੈ। ਵਿਚਾਰ ਉਹ ਭਾਵਨਾਵਾਂ, ਖਿਆਲ ਤੇ ਧਾਰਨਾਵਾਂ ਹਨ ਜੋ ਕਿ ਮਨੁੱਖ ਦੀਆਂ ਕਦਰਾਂ, ਕੀਮਤਾਂ, ਤਜਰਬਿਆਂ, ਹਿੱਤਾਂ, ਖਾਹਿਸ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਸਮਝਦਾਰੀ ਨਾਲ ਇੱਕ ਕਿਰਿਆ ਰੂਪ ਦਿੰਦੇ ਹਨ। ਭਾਵਨਾਵਾਂ ਬਾਈ ਫਰਜ਼ਾਂ ਪ੍ਰਤੀ ਨਿਰਦੇਸ਼, ਵਿਚਾਰ, ਰਾਹ, ਕਿਰਿਆ। ਭਾਵਨਾਵਾਂ ਤੇ ਫਰਜ਼ਾਂ ਪ੍ਰਤੀ ਨਿਰਦੇਸ਼ ਹਰ ਸਮਾਜ ਦੇ ਵੱਖਰੇ ਹੁੰਦੇ ਹਨ, ਹਰ ਮਨੁੱਖ ਦੇ ਵੱਖਰੇ ਹੁੰਦੇ ਹਨ। ਇਹ ਨਿਰਦੇਸ਼ ਹਰ ਸਮਾਜ ਦੇ ਅੱਡ ਹੁੰਦੇ ਹਨ। ਇਸ ਕਰਕੇ ਵਾਤਾਵਰਨ, ਸਮਾਜ ਤੇ ਮਨੁੱਖ ਖੁਦ ਇਹਨਾਂ ਸਭ ਦਾ ਜੋੜ ਹੀ ਇੱਕ ਵਿਚਾਰ ਨੂੰ ਜਨਮ ਦਿੰਦਾ ਹੈ। ਫਿਰ ਵੀ ਜੋ ਵਿਚਾਰ ਮੁੱਖ ਤੌਰ ਤੇ ਮਨੁੱਖੀ ਸੁਭਾਅ ਦਾ ਰੂਪ ਹਨ, ਉਹ ਇਸ ਤਰ੍ਹਾਂ ਹਨ। ਪਹਿਲਾ, ਹੋਂਦ ਸੰਬੰਧੀ ਵਿਚਾਰ, ਬਾਹਰੀ ਜਗਤ ਨਾਲ ਜੁੜੇ ਹੋਏ। ਦੂਜਾ, ਸਮਾਜਿਕ ਨਿਰਦੇਸ਼ਾਂ ਸੰਬੰਧੀ ਵਿਚਾਰ। ਤੀਸਰਾ, ਕਾਲਪਨਿਕ ਵਿਚਾਰ। ਪਹਿਲਾ, ਹੋਂਦ ਸੰਬੰਧੀ ਵਿਚਾਰ। ਇਹ ਸਭ ਤੋਂ ਪ੍ਰਭਾਵਸ਼ਾਲੀ ਵਿਚਾਰ ਹੁੰਦੇ ਹਨ ਜੋ ਕਿ ਮਨੁੱਖ ਨੂੰ ਕਾਰਜਸ਼ੀਲ ਕਰਦੇ ਹਨ। ਇਹ ਵਿਚਾਰ ਬਾਹਰੀ ਦੁਨੀਆ ਦੀ ਸੱਚਾਈ ਨਾਲ ਜੁੜੇ ਹੁੰਦੇ ਹਨ। ਇਹਨਾਂ ਵਿਚਾਰਾਂ ਦਾ ਧਰਾਤਲ ਪਦਾਰਥ ਹੁੰਦਾ ਹੈ। ਬਾਹਰੀ ਜਗਤ ਦੀ ਸੱਚਾਈ ਦੀ ਗੱਲ ਜੇਕਰ ਕਰੀਏ ਤਾਂ ਸੱਚ ਦੀ ਪਰਿਭਾਸ਼ਾ ਹੈ ਆਪਣੇ ਆਲੇ ਦੁਆਲੇ ਦੀ ਜਾਇਜ਼ ਤੇ ਵਿਗਿਆਨਕ ਜਾਣਕਾਰੀ। ਜਾਇਜ਼ ਸ਼ਬਦ ਹਰ ਮਨੁੱਖ ਦੀ ਆਪਣੀ ਲਾਭ ਹਾਨੀ ਨਾਲ ਜੁੜਿਆ ਹੁੰਦਾ ਹੈ। ਆਪਣੇ ਆਪ ਨੂੰ ਦੁੱਖ ਦਰਦ ਤੋਂ ਦੂਰ ਰੱਖਣ ਲਈ ਮਨੁੱਖ ਜੋ ਵੀ ਸੁਭਾਅ ਬਣਾਉਂਦਾ ਹੈ ਉਹੀ ਉਸ ਲਈ ਜਾਇਜ਼ ਹੈ, ਪਰ ਕਿਸੇ ਇੱਕ ਦੇ ਸੁੱਖ ਨਾਲ ਦੂਜੇ ਨੂੰ ਦੁਖੀ ਕਰਨਾ ਜਾਇਜ਼ ਨਹੀਂ। ਇਹੀ ਹੈ ਫਰਜ਼ਾਂ ਨਾਲ ਜੁੜੇ ਨਿਰਦੇਸ਼ਾਂ ਦਾ ਤਰਕ ਸੰਗਤ ਨਿਪਟਾਰਾ। ਇਹੀ ਹੈ ਸੱਚ। ਲੀਵੀ ਬਰੂਹਲ ਨੇ ਕਿਹਾ ਹੈ, ਆਦ ਮਾਨਵ ਤਰਕ ਰਹਿਤ ਸੀ। ਉਹ ਅਗਿਆਨਤਾ ਨਾਲ ਜਾਂ ਗਲਤੀ ਨਾਲ ਆਪਣੇ ਆਪ ਨੂੰ ਕਿਰਿਆਸ਼ੀਲ ਕਰਦਾ ਸੀ। ਅਗਿਆਨਤਾ ਤੋਂ ਭਾਵ ਮੈਨੂੰ ਪਤਾ ਹੀ ਨਹੀਂ ਸੀ, ਤੇ ਗਲਤੀ ਤੋਂ ਭਾਵ ਪਤਾ ਤਾਂ ਸੀ ਪਰ ਗੜਬੜ ਹੋ ਗਈ। ਪਰੇਟੋ ਨੇ ਇਹਨੂੰ ਅਗਾਂਹ ਸੋਚ ਦਾ ਤਜਰਬਾ ਕਿਹਾ ਹੈ। ਭਾਵ ਗਲਤੀ ਨਾਲ ਜਾਂ ਅਗਿਆਨਤਾ ਨਾਲ ਜੋ ਵੀ ਕਿਰਿਆ ਹੁੰਦੀ ਹੈ ਉਹ ਵਿਕਾਸ ਲਈ ਇੱਕ ਰਾਹ ਹੀ ਹੁੰਦੀ ਹੈ। ਪਰੇਟੋ ਤਾਂ ਇਹ ਵੀ ਕਹਿੰਦਾ ਕਿ ਮਨੁੱਖੀ ਦਾਰਸ਼ਨਿਕਾਂ ਵੱਲੋਂ ਆਪਣੇ ਵੇਲੇ ਪ੍ਰਗਟਾਏ ਗਏ ਵਿਚਾਰ, ਜਿਵੇਂ ਪਹਿਲਾ ਬ੍ਰਹਿਮੰਡ ਚੰਗੇ ਤੇ ਬੁਰੇ ਸਿਧਾਂਤਾਂ 'ਚ ਵੰਡਿਆ, ਜਾਂ ਦੂਸਰਾ ਆਤਮਾ ਦਾ ਚੱਕਰ, ਜਾਂ ਤੀਸਰਾ ਪਾਪ ਤੋਂ ਮੁਕਤੀ, ਸਿਰਫ ਪਰਮਾਤਮਾ ਦੇ ਰਹਿਮੋ ਕਰਮ ਤੇ ਗੈਰ ਵਿਗਿਆਨਕ ਨਹੀਂ ਹਨ ਬਲਕਿ ਵਿਗਿਆਨਕ ਹਨ। ਵਿਚਾਰਾਂ ਦੇ ਵਿਕਾਸ ਨੂੰ ਲੈ ਕੇ ਮਾਰਕਸ ਨੇ ਸਪਸ਼ਟ ਰੂਪ 'ਚ ਦਰਸਾਇਆ ਹੈ। ਵਿਚਾਰ ਮਤਲਬ ਵਿਰੁੱਧ ਵਿਚਾਰ, ਨਵਾਂ ਵਿਚਾਰ, ਵਿਰੁੱਧ ਵਿਚਾਰ, ਨਵਾਂ ਵਿਚਾਰ, ਵਿਕਾਸ। ਮਾਰਕਸ ਦੇ ਇਸ ਫਾਰਮੂਲੇ ਦੇ ਮੁਤਾਬਕ ਕੋਈ ਵੀ ਵਿਚਾਰ ਸਥਿਰ ਨਹੀਂ ਹੈ। ਬਾਹਰੀ ਜਗਤ ਦੀ ਸੱਚਾਈ ਨਾਲ ਹਰ ਰੋਜ਼ ਵਾਹ ਪੈਣ ਨਾਲ ਵਿਚਾਰਾਂ ਤੇ ਵਿਰੋਧੀ ਵਿਚਾਰਾਂ ਦੇ ਟਕਰਾਅ ਨਾਲ ਹਰ ਪਲ ਵਿਕਾਸ ਹੁੰਦਾ ਰਹਿੰਦਾ ਹੈ। ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਅਮਲ ਤੋਂ ਗਿਆਨ, ਗਿਆਨ ਰਾਹੀਂ ਮੁੜ ਅਮਲ ਵਿੱਚੋਂ ਨਵਾਂ ਗਿਆਨ ਤੇ ਨਵੇਂ ਗਿਆਨ ਤੋਂ ਸੇਧ ਲੈ ਕੇ ਮੁੜ ਅਮਲ ਲਗਾਤਾਰ ਹਰ ਸਮੇਂ ਚਾਲੂ ਰਹਿੰਦਾ ਹੈ। ਮਨੁੱਖੀ ਜਗਤ ਦਾ ਪੂਰਾ ਵਿਕਾਸ ਇਸੇ ਫਾਰਮੂਲੇ ਹਿੱਤ ਹੀ ਹੋਇਆ ਹੈ। ਦੂਸਰਾ ਹੈ ਨਿਰਦੇਸ਼ ਸੰਬੰਧੀ ਵਿਚਾਰ। ਸਮਾਜ ਨੂੰ ਸੁਚਾਰੂ ਰੂਪ 'ਚ ਚਾਲੂ ਰੱਖਣ ਲਈ ਕਈ ਨਿਰਦੇਸ਼ ਬਣਾਏ ਜਾਂਦੇ ਹਨ। ਇਹ ਨਿਰਦੇਸ਼ ਵੀ ਮਨੁੱਖ ਦੀਆਂ ਭੌਤਿਕ ਲੋੜਾਂ ਨੂੰ ਸਾਹਮਣੇ ਰੱਖ ਕੇ ਹੀ ਹੋਂਦ 'ਚ ਆਉਂਦੇ ਹਨ। ਜਿਸ ਤਰ੍ਹਾਂ ਕਿ ਆਪਾਂ ਜਾਣਿਆ ਕਿ ਸਮਾਜ ਦੀ ਬੁਨਿਆਦ ਵਿੱਚ ਹੀ ਦੋ ਵਰਗ ਪਏ ਹਨ, ਉਸੇ ਤਰ੍ਹਾਂ ਹੀ ਦੋਹਾਂ ਵਰਗਾਂ ਕੋਲ ਵੱਖ-ਵੱਖ ਨਿਰਦੇਸ਼ ਹੁੰਦੇ ਹਨ। ਵੱਖ-ਵੱਖ ਵਿਚਾਰ, ਭੌਤਿਕ ਜਗਤ ਤੇ ਫਰਜ਼ਾਂ ਨਾਲ ਸੰਬੰਧਿਤ ਨਿਰਦੇਸ਼ ਮਨੁੱਖ ਬਣਾਉਂਦਾ ਹੈ। ਇਹ ਵੀ ਨਿਰੰਤਰ ਤਬਦੀਲ ਹੁੰਦੇ ਰਹਿੰਦੇ ਹਨ ਮਾਰਕਸ ਦੇ ਫਾਰਮੂਲੇ ਦੇ ਮੁਤਾਬਿਕ। ਤੀਸਰਾ ਹੈ ਕਾਲਪਨਿਕ ਵਿਚਾਰ। ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਵਿਚਾਰ ਹੀ ਕਿਰਿਆ ਬਣਦੇ ਹਨ, ਪਰ ਸਾਰੇ ਵਿਚਾਰ ਕਿਰਿਆ ਦਾ ਰੂਪ ਨਹੀਂ ਧਾਰ ਸਕਦੇ। ਵਿਚਾਰ ਕਲਪਨਾ ਦੀ ਉਡਾਰੀ 'ਚ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਜਾਂਦੇ ਨੇ। ਕਲਪਨਾ ਪ੍ਰਗਤੀ ਦਾ ਚਿੰਨ੍ਹ ਵੀ ਹੈ, ਕਿਉਂ ਜੋ ਮਨੁੱਖ ਕਲਪਨਾ ਰਾਹੀਂ ਵਿਚਾਰਾਂ ਨੂੰ ਰੂਪ ਦਿੰਦਾ ਹੈ ਤੇ ਫਿਰ ਉਹਨਾਂ ਵਿਚਾਰਾਂ ਨੂੰ ਕਿਰਿਆ ਰੂਪ 'ਚ ਵੇਖਣ ਲਈ ਮਿਹਨਤ ਕਰਦਾ ਹੈ। ਪਰ ਨਿਰਾਪੁਰਾ ਕਲਪਨਾ 'ਚ ਹੀ ਜੀਣਾ ਵੀ ਖਤਰਨਾਕ ਹੁੰਦਾ ਹੈ।
ਵਿਚਾਰਾਂ ਬਾਰੇ ਜਾਣਨ ਮਗਰੋਂ ਆਪਾਂ ਕਹਿ ਸਕਦੇ ਹਾਂ ਕਿ ਵਿਚਾਰ ਹੀ ਕਾਰਜ ਕਿਰਿਆ ਦਾ ਦੂਜਾ ਨਾਮ ਹੈ। ਇਹ ਗੱਲ ਹੋਰ ਹੈ ਕਿ ਕਿਹੜਾ ਵਿਚਾਰ ਮਨੁੱਖ ਦੀ ਜੀਵਨ ਧਾਰਾ ਬਣਦਾ ਹੈ। ਇਹ ਸਭ ਉਹਦੀ ਜਨਮ, ਪ੍ਰਵਿਰਤੀਆਂ, ਪਰਿਵਾਰ ਤੇ ਸਮਾਜ ਦਾ ਸੰਪਰਕ ਆਦਿ ਤੇ ਨਿਰਭਰ ਕਰਦਾ ਹੈ। ਉਹ ਮਨੁੱਖ ਨੂੰ ਕਿਸ ਵਿਚਾਰ ਵੱਲ ਲੈ ਜਾਂਦੇ ਹਨ, ਉਹਦੀ ਸਿੱਖਿਆ ਤੇ ਗਿਆਨ ਉਹਨੂੰ ਕਿਸ ਰਾਹ ਵੱਲ ਤੋਰਦੇ ਹਨ। ਅਸੀਂ ਜਾਣਦੇ ਹਾਂ ਕਿ ਕਾਰਜ ਕਿਰਿਆ ਦੇ 4 ਅਨੁਭਾਗ ਹਨ। ਪਹਿਲਾ ਜੀਵ ਰਚਨਾ, ਬੱਚਾ, ਦੂਸਰਾ ਸਮਾਜਿਕ ਪ੍ਰਬੰਧ, ਤੀਸਰਾ ਸੰਸਕਾਰ ਮਤਲਬ ਵਿਰਸਾ ਤੇ ਚੌਥਾ ਮਾਨਸਿਕ। ਜੀਵ ਰਚਨਾ ਤੋਂ, ਸਮਾਜ ਤੋਂ ਸੰਸਕਾਰ, ਜੀਵਨ ਜਿਉਣ ਦਾ ਢੰਗ ਤੇ ਫਿਰ ਮਾਨਸਿਕਤਾ ਇੱਕ ਦਿਸ਼ਾ 'ਚ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ। ਮਾਨਸਿਕਤਾ, ਸੰਸਕਾਰ, ਸਮਾਜਿਕ ਪ੍ਰਬੰਧ, ਜੀਵ ਰਚਨਾ ਤੇ ਬੱਚੇ ਇੱਕ ਪਾਸੇ ਪ੍ਰਭਾਵਿਤ ਦਿਸ਼ਾ ਹੈ, ਦੂਸਰੇ ਪਾਸੇ ਨਿਯੰਤਰਣ ਦਿਸ਼ਾ ਹੈ। ਇਹਦੇ ਵਿਰੁੱਧ ਮਾਨਸਿਕਤਾ ਸੰਸਕਾਰਾਂ ਨੂੰ, ਸੰਸਕਾਰ ਸਮਾਜ ਨੂੰ, ਸਮਾਜ ਵਿਅਕਤੀ ਤਿੱਤਵ ਸਰੀਰ ਦੀ ਬਣਾਵਟ ਨੂੰ ਨਿਯੰਤਰਿਤ ਕਰਦੇ ਹਨ। ਇਸ ਤਰ੍ਹਾਂ ਇਹ ਚਾਰੇ ਅਨੁਭਾਗ ਮਿਲ ਕੇ ਇੱਕ ਕਾਰਜਸ਼ੀਲ ਮਨੁੱਖ ਨੂੰ ਹੀ ਜਨਮ ਦਿੰਦੇ ਹਨ। ਸਾਰੀ ਗੱਲ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖੀ ਵਿਵਹਾਰ ਨੂੰ ਸਥਾਪਿਤ ਕਰਨ ਲਈ ਕੋਈ ਇੱਕ ਅੱਧਾ ਪਹਿਲੂ ਕਾਫੀ ਨਹੀਂ ਹੈ। ਵਿਚਲਿਤ ਵਿਹਾਰ ਦੀ ਗੱਲ ਕਰਦੇ ਹਾਂ, ਇੱਕ ਕੇਂਦਰ ਬਿੰਦੂ ਹੈ ਮਾਯੂਸੀ, ਜੋ ਕਿ ਮਨੁੱਖੀ ਵਤੀਰੇ ਨੂੰ ਅਸਹਿਜ ਬਣਾਉਂਦੀ ਹੈ। ਇਹ ਅਸਹਿਜਤਾ ਆਰਜ਼ੀ ਵੀ ਹੋ ਸਕਦੀ ਹੈ ਤੇ ਕਿਸੇ ਪੱਕੇ ਰੋਗ 'ਚ ਤਬਦੀਲ ਵੀ ਹੋ ਸਕਦੀ ਹੈ। ਆਦਮੀ ਮਾਯੂਸ ਉਦੋਂ ਹੁੰਦਾ ਹੈ ਜਦੋਂ ਟੁੱਟਦਾ ਹੈ। ਟੁੱਟਣ ਦੀ ਪ੍ਰਕਿਰਿਆ ਨੂੰ ਆਪਾਂ ਉਦਾਸੀ ਰੋਗ ਤੇ ਪਾਗਲਪਨ ਵਾਲੇ ਪਾਠਾਂ 'ਚ ਵਿਸਥਾਰ ਨਾਲ ਜਾਣਿਆ ਹੈ। ਕੇਂਦਰੀ ਨੁਕਤਾ ਉਹੀ ਹੈ। ਮਾਯੂਸੀ ਉਹ ਸਥਿਤੀ ਹੈ ਜਦੋਂ ਕਿਸੇ ਆਦਮੀ ਦਾ ਮਿੱਥਿਆ ਮੰਤਵ ਪ੍ਰਾਪਤ ਕਰਨ ਯੋਗ ਨਾ ਲੱਗੇ ਜਾਂ ਰੁਕਾਵਟ ਲੱਗ ਜਾਏ। ਇਸ ਹਾਲਤ ਵਿੱਚ ਮਨੁੱਖ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਦਾ ਹੈ, ਚਾਹੇ ਉਹ ਸਮਾਜ ਵਿੱਚ ਮਾਨਤਾ ਪ੍ਰਾਪਤ ਹੋਣ ਜਾਂ ਨਾ ਹੋਣ। ਉਹਨਾਂ ਵਿਅਕਤੀਆਂ ਦੇ ਪਰਿਵਾਰਿਕ, ਸਮਾਜਿਕ ਤੇ ਮਾਨਸਿਕ ਪਿਛੋਕੜ ਮੁਤਾਬਕ ਜੋ ਕਿਰਿਆਵਾਂ ਦੇਖਣ ਚਾਹੁੰਦੀਆਂ ਹਨ, ਉਹਨਾਂ ਦੇ ਕੁਝ ਉਦਾਹਰਣ ਇਸ ਤਰ੍ਹਾਂ ਹਨ। ਕਮੀ ਪੂਰਤੀ, ਕੰਪਨਸੇਸ਼ਨ, ਦੂਸਰਿਆਂ 'ਚ ਪਛਾਣ ਆਈਡੈਂਟੀਫਿਕੇਸ਼ਨ, ਤਰਕ ਵਿਵਹਾਰ ਰੈਸ਼ਨਲਿਜ਼ਮ, ਭਰਮ ਡਿਲਿਊਜ਼ਨ, ਪਿਛਲਝਾਤ ਰਿਗਰੈਸ, ਨਕਾਰਾਤਮਕਤਾ ਨੈਗੇਟਿਵਿਜ਼ਮ, ਮਨੋਕਲਪਨਾ ਫੈਂਟੇਸੀ, ਦਮਨ ਮਤਲਬ ਦਬਾਉਣਾ, ਰਿਪਰੈਸ਼ਨ, ਸਨਕ ਮਨੋਬੰਧਕ ਓਬਸੈਸ਼ਨ, ਪ੍ਰਤੀਕਵਾਦ ਸਿੰਬੋਲਿਜ਼ਮ ਤੇ ਚੁੱਪ ਰਹਿਣਾ। ਕਮੀ ਪੂਰਤੀ ਵਿਹਾਰ ਮਾਯੂਸੀ ਦੇ ਆਲਮ ਵਿੱਚ ਵਿਹਾਰ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਇਸ ਵਿਹਾਰ 'ਚ ਮਨੁੱਖ ਆਪਣੀ ਸ਼ਕਤੀ ਨੂੰ ਨਵਾਂ ਰਾਹ ਦੇ ਦਿੰਦਾ ਹੈ, ਕਿਉਂਕਿ ਉਹਦੇ ਅਸਲੀ ਟੀਚੇ ਨੂੰ ਰੁਕਾਵਟ ਜੋ ਲੱਗੀ ਹੁੰਦੀ ਹੈ। ਇਸ 'ਚ ਮਨੁੱਖ ਆਪਣੇ ਮੰਤਵ ਨੂੰ ਕੁਝ ਸੌਖਾ ਬਣਾ ਲੈਂਦਾ ਹੈ ਜਾਂ ਆਪਣੇ ਟੀਚੇ ਨੂੰ ਬਦਲ ਲੈਂਦਾ ਹੈ। ਜਿਵੇਂ ਤੈਮੂਰ ਲੰਗ ਇੱਕ ਕਾਫੀ ਖੂਬਸੂਰਤ ਤੇ ਵਧੀਆ ਅਭਿਨੇਤਾ ਸੀ। ਉਹਦੀ ਐਕਸੀਡੈਂਟ 'ਚ ਟੰਗ ਟੁੱਟ ਗਈ। ਉਹਨੂੰ ਬਹੁਤ ਦੁੱਖ ਹੋਇਆ ਕਿ ਉਹ ਹੁਣ ਸਟੇਜ ਤੇ ਕਿਸ ਤਰ੍ਹਾਂ ਕੰਮ ਕਰੇਗਾ, ਪਰ ਫਿਰ ਉਹਨੇ ਸੋਚਿਆ ਕਿ ਨਹੀਂ, ਹੁਣ ਉਹੀ ਡਰਾਮੇ ਕਰੇਗਾ ਜਿਸ 'ਚ ਲੰਗੜੇ ਦਾ ਰੋਲ ਹੋਏਗਾ। ਇਸ ਤਰ੍ਹਾਂ ਕਿਸੇ ਐਥਲੀਟ ਨੂੰ ਸੱਟ ਲੱਗਣ ਮਗਰੋਂ ਉਹਦਾ ਚੈਸ ਦਾ ਕੈਮ ਬੋਰਡ ਖੇਡਣ ਲੱਗ ਜਾਣਾ, ਇਹ ਇੱਕ ਸਿਹਤਮੰਦੀ ਤਬਦੀਲੀ ਹੈ ਜਿਸ 'ਚ ਆਦਮੀ ਆਪਣੇ ਆਪ ਨੂੰ ਨਕਾਰਾ ਨਹੀਂ ਸਮਝਦਾ ਤੇ ਤਰਸਯੋਗ ਨਹੀਂ ਕਹਾਉਂਦਾ। ਕਈ ਲੋਕ ਇਸ ਪ੍ਰਕਿਰਿਆ ਰਾਹੀਂ ਆਪਣੇ ਵਿਹਾਰ 'ਚ ਗਲਤ ਤਬਦੀਲੀ ਵੀ ਲੈ ਆਉਂਦੇ ਹੈ। ਜਿਵੇਂ ਕੁਝ ਲੋਕ ਦਫ਼ਤਰ ਜਾਂ ਹੋਰ ਕਿਸੇ ਕੰਮ ਵਾਲੀ ਥਾਂ ਦੱਬੇ ਹੋਏ ਹੋਣ ਕਰਕੇ ਆਪਣੇ ਘਰ ਆ ਕੇ ਆਪਣੀ ਪਤਨੀ ਤੇ ਬੱਚਿਆਂ ਉੱਤੇ ਗੁੱਸਾ ਕੱਢਦੇ ਹੈ, ਕਿਉਂਕਿ ਦਫ਼ਤਰ 'ਚ ਮੈਨੇਜਰ ਜਾਂ ਹੋਰ ਅਫਸਰਾਂ ਨੂੰ ਤਾਂ ਉਹ ਕੁਝ ਆਖ ਨਹੀਂ ਸਕਦੇ, ਇਸ ਲਈ ਉਹ ਆਪਣੀ ਕਮੀ ਉੱਥੇ ਪੂਰੀ ਕਰਦੇ ਹੈ ਜੋ ਉਹਨਾਂ ਦੇ ਥੱਲੇ ਹੋਵੇ, ਚਾਹੇ ਉਹ ਰਿਕਸ਼ੇ ਵਾਲਾ ਜਾਂ ਰੇਹੜੀ ਵਾਲਾ ਹੀ ਕਿਉਂ ਨਾ ਹੋਵੇ। ਤੇ ਜਦੋਂ ਕਿ ਕਈ ਇਸ ਤਰ੍ਹਾਂ ਸੋਚਦੇ ਆ ਕਿ ਅਫਸਰ ਦੇ ਦਬਕੇ ਦਾ ਉਹਨਾਂ ਦੇ ਮਨ ਤੇ ਕਿੰਨਾ ਬੁਰਾ ਅਸਰ ਹੁੰਦਾ ਹੈ, ਇਸ ਲਈ ਉਹ ਕਿਸੇ ਨੀਵੇਂ ਮੁਲਾਜ਼ਮ ਨੂੰ ਕਦੇ ਕੁਝ ਨਹੀਂ ਕਹਿਣਗੇ। ਉਹ ਆਪਣੇ ਵਿਹਾਰ 'ਚ ਉਲਟ ਤਬਦੀਲੀ ਲਿਆਉਂਦੇ ਹਨ। ਦੂਜਿਆਂ ਵਿੱਚ ਪਛਾਣ ਇਹ ਉਹ ਵਿਹਾਰ ਹੈ ਜਿਸ 'ਚ ਮਨੁੱਖ ਕਿਸੇ ਦੂਜੇ ਦੀਆਂ ਪ੍ਰਾਪਤੀਆਂ 'ਚ ਜਿਉਂਦਾ ਹੈ। ਇੱਕ ਪਿਤਾ ਆਪਣੇ ਪੁੱਤਰ ਦੀਆਂ ਸਫਲਤਾਵਾਂ 'ਚ ਸੰਤੁਸ਼ਟੀ ਲੱਭ ਲੈਂਦਾ ਹੈ। ਇਸ ਵਿਹਾਰ 'ਚ ਮਨੁੱਖ ਦੂਜੇ ਕਿਸੇ ਵੀ ਵਿਅਕਤੀ ਨੂੰ ਉਹ ਸਾਰੀਆਂ ਸਹੂਲਤਾਂ ਦਿੰਦਾ ਹੈ ਜੋ ਉਹਨੂੰ ਆਪਣਾ ਮੰਤਵ ਪੂਰਾ ਕਰਨ ਲਈ ਨਹੀਂ ਮਿਲ ਸਕੀਆਂ। ਇਸ ਤਰ੍ਹਾਂ ਦੋਹਾਂ 'ਚ ਇੱਕ ਰੂਪਤਾ ਪੈਦਾ ਹੋ ਜਾਂਦੀ ਹੈ ਤੇ ਆਦਮੀ ਇਸ ਵਿੱਚ ਸੰਤੁਸ਼ਟੀ ਮਹਿਸੂਸ ਕਰਦਾ ਹੈ। ਇਸ ਵਿਹਾਰ ਵਿੱਚ ਵੀ ਕਈ ਲੋਕ ਜਿੱਥੇ ਆਪਣੇ ਦਾਇਰੇ ਦੇ ਲੋਕਾਂ ਵਿੱਚ ਪਛਾਣ ਲੱਭਦੇ ਹਨ, ਉੱਥੇ ਕੁਝ ਲੋਕ ਨਾਵਲਾਂ, ਕਹਾਣੀਆਂ ਦੇ ਪਾਤਰਾਂ ਵਿੱਚ ਜਿਉਂਦੇ ਹਨ ਜਾਂ ਫਿਲਮਾਂ ਦੇ ਹੀਰੋ 'ਚ ਆਪਣੀ ਪਛਾਣ ਬਣਾਉਂਦੇ ਹਨ। ਉਸ ਤਰ੍ਹਾਂ ਦੇ ਕੱਪੜੇ, ਉਸ ਤਰ੍ਹਾਂ ਦੀਆਂ ਆਵਾਜ਼ਾਂ 'ਚ ਗੱਲਾਂ ਤੇ ਵਾਲ ਬਣਾ ਕੇ ਰਹਿਣ ਵਿੱਚ ਖੁਸ਼ੀ ਹਾਸਲ ਕਰਦੇ ਹਨ। ਤੀਸਰਾ ਹੈ ਤਰਕ ਵਿਵਹਾਰ। ਇਸ ਤਰ੍ਹਾਂ ਦੇ ਵਿਹਾਰ ਵਿੱਚ ਮਨੁੱਖ ਆਪਣੀ ਅਸਫਲਤਾ ਨੂੰ ਅਚੇਤਨ ਹੀ ਜੁਗਤੀਪੂਰਵਕ ਵਿਆਖਿਆ ਦਿੰਦਾ ਹੈ। ਜਿਸ ਤਰ੍ਹਾਂ ਖੱਟੇ ਅੰਗੂਰ ਕਹਾਣੀ 'ਚ ਲੂੰਬੜੀ ਵੱਲੋਂ ਅੰਗੂਰ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਇਹ ਕਹਿਣਾ ਕਿ ਅੰਗੂਰ ਤਾਂ ਖੱਟੇ ਸੀ, ਜਾਂ ਇਹ ਕਹਿਣਾ ਕਿ ਜੋ ਮਿਲ ਗਿਆ ਉਸ ਨਾਲ ਹੀ ਖੁਸ਼ ਹਾਂ।
ਨਿੰਬੂਆਂ ਨੂੰ ਹੀ ਮਿੱਠਾ ਕਰਕੇ ਜਾਣਨਾ। ਜਿਵੇਂ ਕਿਸੇ ਨੂੰ ਮੈਨੇਜਰ ਦੀ ਤਰੱਕੀ ਮਿਲਣੀ ਹੋਵੇ ਤੇ ਉਹ ਅਕਾਊਂਟੈਂਟ ਬਣ ਕੇ ਰਹਿ ਜਾਏ ਤੇ ਫਿਰ ਕਹੇ ਕਿ ਆਪਾਂ ਨੂੰ ਤਾਂ ਇਸੇ 'ਚ ਮੌਜ ਹੈ, ਮੈਨੇਜਰ ਨੂੰ 100 ਸਿਆਪੇ ਜ਼ਿੰਮੇਵਾਰੀਆਂ। ਤਰਕ ਵਿਹਾਰ ਰਾਹੀਂ ਜਿੱਥੇ ਆਪਣੀ ਅਸਫਲਤਾ ਨੂੰ ਸਿਹਤਮੰਦ ਰੁਝਾਨ ਨਾਲ ਪੇਸ਼ ਕਰਦਾ ਹੈ, ਉੱਥੇ ਕਈ ਲੋਕ ਆਪਣੇ ਦੋਸ਼ ਨੂੰ ਦੂਜਿਆਂ ਉੱਤੇ ਸੁੱਟ ਦਿੰਦੇ ਹੈ। ਇਸ ਤਰ੍ਹਾਂ ਸੱਚਾਈ ਦਾ ਸਾਹਮਣਾ ਕਰਨ ਦੀ ਬਜਾਏ ਆਪਣੀਆਂ ਘਾਟਾਂ ਤੇ ਅਸਫਲਤਾਵਾਂ ਦਾ ਕਾਰਨ ਕਿਸੇ ਦੂਜੇ ਤੇ ਪਾ ਦਿੰਦਾ ਹੈ, ਜਾਂ ਫਿਰ ਇਹ ਕਹਿ ਕੇ ਕਿ ਮੈਂ ਇਕੱਲਾ ਹੀ ਤਾਂ ਨਹੀਂ ਜਿਹਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ, ਤੇ ਹੋਰ ਵੀ ਬਹੁਤ ਨੇ। ਮਤਲਬ ਇਸ ਵਿਹਾਰ ਰਾਹੀਂ ਉਹ ਮਿੱਥੇ ਮੰਤਵ ਨੂੰ ਪ੍ਰਾਪਤ ਕਰਨ ਲਈ ਜਾਂ ਮੰਤਵ ਵਿੱਚ ਆਈ ਰੁਕਾਵਟ ਲਈ ਕੋਈ ਹੀਲਾ ਨਹੀਂ ਕਰਦਾ। ਚੌਥਾ ਹੈ ਭਰਮ, ਮਨ ਘੜਤ ਗੱਲਾਂ ਰਾਹੀਂ ਜੀਣਾ। ਇਸ ਵਿਹਾਰ 'ਚ ਮਨੁੱਖ ਹਰ ਵਕਤ ਕਹਾਣੀਆਂ ਹੀ ਪਾਈ ਜਾਂਦਾ ਹੈ ਜੋ ਕਿ ਸੱਚ ਵਰਗੀਆਂ ਹੁੰਦੀਆਂ ਹਨ। ਉਹ ਇੱਕ ਝੂਠੇ ਵਿਸ਼ਵਾਸ ਹੇਠ ਜਿਉਂਦਾ ਹੈ, ਜਿਸ ਤਰ੍ਹਾਂ ਹੀ ਉਹ ਆਪਣੇ ਮੰਤਵ ਨੂੰ ਸਾਹਮਣੇ ਰੱਖਦਾ ਹੈ ਤੇ ਮੰਤਵ ਪ੍ਰਾਪਤੀਆਂ 'ਚ ਆਈਆਂ ਰੁਕਾਵਟਾਂ 'ਚ ਗੱਲਾਂ ਕੱਢਦਾ ਹੈ। ਉਹ ਠੋਸ ਕੰਮ ਕਦੇ ਨਹੀਂ ਕਰਦਾ, ਨਾ ਹੀ ਕੋਈ ਉਪਰਾਲਾ ਕਰਦਾ। ਕੰਮ ਵਿਗੜਨ ਤੇ ਕਹੇਗਾ ਫਲਾਂ ਨੂੰ ਮੇਰੇ ਨਾਲ ਖੁੰਦਕ ਹੈ, ਉਹਦਾ ਮੇਰੇ ਨਾਲ ਵੈਰ ਹੈ, ਇੱਕ ਵਾਰੀ ਮੈਂ ਉਸ ਨਾਲ ਲੜ ਪਿਆ ਸੀ, ਉਹਨੇ ਰੁਕਾਵਟ ਪਾਈ ਹੋਈ ਹੈ। ਇਸ ਵਿਹਾਰ ਦੇ ਮਨੁੱਖ ਨੂੰ ਆਪਣੇ ਉੱਪਰ ਜ਼ਿਆਦਾ ਮਾਣ ਹੁੰਦਾ ਜਾਂ ਫਿਰ ਉਹ ਇਸ ਸਭ ਲਈ ਯੋਗ ਹੀ ਨਹੀਂ ਹੁੰਦਾ ਤੇ ਇਹਨਾਂ ਉੱਪਰ ਪਰਦਾ ਪਾਉਣ ਲਈ ਭਰਮ ਪਾਲਦਾ ਹੈ। ਪਿੱਛਲ ਝਾਤ, ਇਸ ਵਿਹਾਰ 'ਚ ਮਨੁੱਖ ਵਰਤਮਾਨ ਦੀਆਂ ਗੁੰਝਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ 'ਚ ਆਪਣੇ ਅਤੀਤ 'ਚ ਜੀਣ ਲੱਗ ਪੈਂਦਾ ਹੈ। 50 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਪੁਰਾਣੇ ਲੋਕ ਕਹਿੰਦੇ ਅਕਸਰ ਵੇਖੇ ਜਾਂਦੇ ਹੈ, ਅੰਗਰੇਜ਼ਾਂ ਦਾ ਰਾਜ ਬਹੁਤ ਵਧੀਆ ਸੀ, ਕੁੱਤਾ ਵੀ ਮਰਦਾ ਸੀ, ਉਹਦੇ ਬਾਰੇ ਵੀ ਪੁੱਛ ਹੁੰਦੀ ਸੀ। ਹੁਣ ਕੀ ਹੈ, ਸਾਡਾ ਜ਼ਮਾਨਾ ਸੀ ਅਖਲਾਕਾਂ ਦਾ ਜ਼ਮਾਨਾ, ਹੁਣ ਤਾਂ ਕੋਈ ਸ਼ਰਮ ਹੈ ਹੀ ਨਹੀਂ। ਸਾਡੇ ਵੇਲੇ ਚੰਗਾ ਖਾਣਾ, ਹੁਣ ਤਾਂ ਪਤਾ ਨਹੀਂ ਕੀ ਗੰਦ ਬਲਾ ਆ ਗਿਆ। ਇਸ ਤਰ੍ਹਾਂ ਮਨੁੱਖ ਅੱਜ ਦੀ ਸਥਿਤੀ ਨੂੰ ਨਜ਼ਰਅੰਦਾਜ਼ ਕਰਕੇ ਉਸ ਲਈ ਕੋਈ ਹੱਥ ਪੈਰ ਨਾ ਹਿਲਾ ਕੇ ਆਪਣੇ ਆਪ ਨੂੰ ਕਿੰਨੇ ਚੰਗੇ ਦਿਨ ਸਨ ਦੀ ਬੁੱਕਲ ਵਿੱਚ ਬਿਠਾ ਕੇ ਜਿਉਂਦਾ। ਇਸ ਵਿੱਚ ਆਦਮੀ ਆਪਣੇ ਅੱਜ ਵਿੱਚ ਕੁਝ ਕਰ ਸਕਣ ਤੋਂ ਬਚਣ ਲਈ ਇਸ ਤਰ੍ਹਾਂ ਦਾ ਸਹਾਰਾ ਲੈਂਦਾ ਹੈ। ਨਕਾਰਾਤਮਕਤਾ, ਇਸ ਵਿਹਾਰ 'ਚ ਮਨੁੱਖ ਨੂੰ ਜੋ ਕੰਮ ਵੀ ਕਿਹਾ ਜਾਏ ਉਹਦੇ ਉਲਟ ਕੰਮ ਕਰਦਾ ਹੈ ਜਾਂ ਕੰਮ ਕਰਦਾ ਹੀ ਨਹੀਂ। ਇਹ ਵਿਹਾਰ ਜ਼ਿਆਦਾਤਰ ਬਾਲੜੀ ਉਮਰ 'ਚ ਦੇਖਿਆ ਜਾਂਦਾ ਹੈ। ਵੱਡੀ ਉਮਰ 'ਚ ਵੀ ਇਹ ਵਿਹਾਰ ਉਹਨਾਂ ਹੀ ਲੋਕਾਂ 'ਚ ਦੇਖਿਆ ਜਾਂਦਾ ਹੈ ਜੋ ਕਿ ਕਿਸ਼ੋਰ ਅਵਸਥਾ 'ਚ ਇਸ ਤਰ੍ਹਾਂ ਰਹੇ ਹੁੰਦੇ ਹੈ। ਕਿਸੇ ਨਾਲ ਬੋਲਣਾ ਛੱਡ ਦੇਣਾ, ਖਾਣਾ ਛੱਡ ਦੇਣਾ ਆਦਿ ਮੁੱਖ ਵਿਹਾਰ ਹੁੰਦੇ ਹੈ। ਮਨੋਕਲਪਨਾ, ਜਿਸ ਤਰ੍ਹਾਂ ਪਹਿਲਾਂ ਵੀ ਕਿਹਾ, ਕਲਪਨਾ ਮਨੁੱਖ ਦੀ ਤਰੱਕੀ ਲਈ ਜ਼ਰੂਰੀ ਹੈ, ਪਰ ਇਹ ਮਾਨਸਿਕ ਰੋਗ ਦੀ ਹਾਲਤ ਵੀ ਧਾਰ ਸਕਦੀ ਹੈ। ਜਦੋਂ ਕੋਈ ਆਪਣੇ ਟੀਚੇ ਨੂੰ ਕਲਪਨਾ 'ਚ ਹੀ ਜਿਉਣ ਲੱਗ ਪੈਂਦਾ ਹੈ, ਆਪਣੇ ਇੱਕ ਅੱਡ ਦੁਨੀਆ ਬਣਾ ਕੇ ਰਹਿਣ ਲੱਗ ਪੈਂਦਾ ਹੈ, ਉਹ ਆਪਣੀਆਂ ਅਸਫਲਤਾਵਾਂ ਦੀ ਤਸੱਲੀ ਹਕੀਕੀ ਦੁਨੀਆ ਵਿੱਚ ਨਹੀਂ ਕਰਨਾ ਚਾਹੁੰਦੇ, ਪਰ ਉਹਦੀ ਥਾਵੇਂ ਅਜਿਹੀਆਂ ਸੁਖਾਵੀਆਂ ਮਾਨਸਿਕ ਤਸਵੀਰਾਂ ਉਸਾਰ ਕੇ ਸੰਤੁਸ਼ਟ ਹੁੰਦੇ ਹੈ ਜਿਨ੍ਹਾਂ ਚਿਰ ਅਸਫਲਤਾਵਾਂ ਲਈ ਕੋਈ ਜਗ੍ਹਾ ਨਹੀਂ। ਮਨੁ ਕਲਪਨਾ 'ਚ ਜਿਉਣ ਵਾਲੇ ਵਿਅਕਤੀ ਆਪਣੀ ਵਿਅਕਤੀਗਤ ਉੱਨਤੀ ਲਈ, ਘੋਲ ਲਈ, ਦੂਸਰਿਆਂ ਪਾਸੋਂ ਇੱਜ਼ਤ ਕਰਾਉਣ ਲਈ, ਪਦਵੀ ਹਾਸਲ ਕਰਨ ਲਈ ਕੋਈ ਯੋਗਦਾਨ ਨਹੀਂ ਪਾ ਸਕਦੇ, ਕਿਉਂਕਿ ਇਹ ਵਿਅਕਤੀ ਆਪਣੀ ਸ਼ਕਤੀ ਦਾ ਇੱਕ ਖਾਸ ਹਿੱਸਾ ਮਨੋਕਲਪਨਾ ਜਾਂ ਖਾਬ ਖਿਆਲੀ ਜਾਂ ਝੱਖ ਮਾਰਨ 'ਚ ਗੁਆ ਦਿੰਦੇ ਹੈ। ਜੀਵਨ 'ਚ ਘੋਲ ਨੂੰ ਤਿਆਗ ਕੇ ਇੱਕ ਤਰ੍ਹਾਂ ਉਹ ਖਾਬ ਖਿਆਲੀ ਨਾਲ ਰਾਜੀਨਾਮਾ ਕਰ ਲੈਂਦੇ ਹੈ। ਗੰਭੀਰ ਮਾਨਸਿਕ ਰੋਗ, ਸਾਈਜ਼ੋਫਰਨੀਆ ਵਿੱਚ ਖਾਬ ਖਿਆਲੀ ਤੇ ਨਕਾਰਾਤਮਕਤਾ ਦੋ ਮੁੱਖ ਲੱਛਣ ਅਸੀਂ ਆਮ ਦੇਖ ਚੁੱਕੇ ਹਾਂ। ਦਮਨ, ਇਹ ਅਚੇਤਨ ਅਵਸਥਾ 'ਚ ਹੋਣ ਵਾਲਾ ਵਿਹਾਰ ਹੈ। ਇਸ ਹਾਲਤ 'ਚ ਮਨੁੱਖ ਦੁੱਖ ਤਕਲੀਫ ਨੂੰ ਮਨ ਦੇ ਕਿਸੇ ਕੋਨੇ 'ਚ ਧੱਕ ਦਿੰਦਾ ਹੈ, ਜਿਵੇਂ ਕਿ ਉਹ ਹੁੰਦੀ ਹੀ ਨਹੀਂ। ਦੁਖਦਾਈ ਯਾਦਾਂ ਨੂੰ ਮਨ 'ਚੋਂ ਕੱਢ ਲੈਂਦਾ ਹੈ, ਪਛਤਾਵੇ ਦੀ ਭਾਵਨਾ ਤੋਂ ਛੁਟਕਾਰਾ ਪਾ ਲੈਂਦਾ ਹੈ। ਉਹਨਾਂ ਨੂੰ ਬੜੀ ਸਾਵਧਾਨੀ ਨਾਲ ਆਪਣੀਆਂ ਸੋਚਾਂ ਤੋਂ ਬਾਹਰ ਰੱਖ ਕੇ ਜਿੱਥੋਂ ਤੱਕ ਹੋ ਸਕੇ ਉਹਨਾਂ ਦੀ ਹੋਂਦ ਤੋਂ ਲਾਪਰਵਾਹੀ ਕਰਦਾ ਹੈ, ਜਾਂ ਇੰਜ ਕਹੀਏ ਉਹਨੂੰ ਚੇਤਨਤਾ ਤੋਂ ਬਾਹਰ ਕੱਢ ਕੇ ਸੰਘਰਸ਼ ਨੂੰ ਟਾਲ ਦਿੰਦਾ ਹੈ। ਉਹਨੂੰ ਇਜਾਜ਼ਤ ਨਹੀਂ ਹੁੰਦੀ ਕਿ ਉਹ ਆਪਣਾ ਸਹਿਜ ਰੂਪ ਧਾਰ ਸਕੇ। ਇਸ ਤਰ੍ਹਾਂ ਦੀ ਕਿਰਿਆ ਨਾਲ ਤਤਕਾਲੀ ਸੁੱਖ ਤਾਂ ਮਿਲਦਾ ਹੈ, ਪਰ ਸਭ ਤੋਂ ਖਤਰਨਾਕ ਹਾਲਤ ਹੈ ਜੋ ਕਿ ਕਿਸੇ ਵਕਤ ਵੀ ਮਾਨਸਿਕ ਰੋਗ ਦੇ ਰੂਪ ਵਿੱਚ ਸਾਹਮਣੇ ਆ ਸਕਦੀ ਹੈ, ਚਾਹੇ ਲਗਾਤਾਰ ਰੋਕ ਲਾਈ ਜਾਏ। ਇਹ ਮਨ ਦੀਆਂ ਤਹਿਆਂ 'ਚ ਮੌਜੂਦ ਰਹਿੰਦੀ ਹੈ ਤੇ ਇਹਦਾ ਪ੍ਰਗਟਾਵਾ ਕਦੇ ਨਾ ਕਦੇ ਜ਼ਰੂਰ ਹੁੰਦਾ ਹੈ, ਚਾਹੇ ਸਿੱਧੇ ਜਾਂ ਸਿੱਧੇ। ਇਸ ਲਈ ਕਈ ਮਨੋਰੋਗਾਂ 'ਚ ਹਿਪਨੋਟਿਜ਼ਮ ਦਾ ਸਹਾਰਾ ਲੈ ਕੇ ਅਚੇਤ ਮਨ 'ਚ ਦਮਨ ਹੋਈ ਦੁਖਦਾਈ ਘਟਨਾ ਦਾ ਪਤਾ ਲਗਾਇਆ ਜਾਂਦਾ ਹੈ ਤੇ ਫਿਰ ਸੱਚਾਈ ਜਾਣਨ ਮਗਰੋਂ ਮਾਨਸਿਕ ਰੋਗ ਦਾ ਇਲਾਜ ਕੀਤਾ ਜਾਂਦਾ ਹੈ। ਸਨਕ, ਜੇ ਕਿਸੇ ਦੇ ਮਨ 'ਚ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਹੋਵੇ ਜੋ ਕਿ ਅਕਸਰ ਛੋਟੀ ਉਮਰ 'ਚ ਅਚੇਤਨ ਮਨ 'ਚ ਪਈਆਂ ਹੁੰਦੀਆਂ, ਤਾਂ ਚੜ੍ਹਦੀ ਉਮਰ 'ਚ ਅਕਸਰ ਉਹ ਸਨਕ ਦਾ ਰੂਪ ਧਾਰ ਲੈਂਦੀ ਹੈ। ਜਿਸ ਤਰ੍ਹਾਂ ਸੈਕਸ ਨੂੰ ਸਾਡੇ ਸਮਾਜ 'ਚ ਗੰਦਾ ਕਾਰਜ ਮੰਨਿਆ ਜਾਂਦਾ ਹੈ, ਛੋਟੇ ਬੱਚਿਆਂ ਤੋਂ ਹੀ ਗੁਪਤ ਅੰਗਾਂ ਨੂੰ ਲੁਕੋ ਕੇ ਰੱਖਣਾ, ਗੁਪਤ ਅੰਗਾਂ ਨੂੰ ਹੱਥ ਲੱਗ ਜਾਏ, ਹੱਥ ਧੁਆਣੇ ਆਦਿ ਕਈ ਗੱਲਾਂ ਅਚੇਤ 'ਚ ਪਾਈਆਂ ਜਾਂਦੀਆਂ। ਇਸ ਲਈ ਮਨੋਬੰਧਕ ਦੇ ਰੂਪ 'ਚ ਸਭ ਤੋਂ ਵੱਧ ਪ੍ਰਗਟਾਵਾ ਵਾਰੀ-ਵਾਰੀ ਹੱਥ ਧੋਣਾ, ਘਰ ਜਾਂ ਦਫ਼ਤਰ ਦੀ
ਮੇਜ਼ ਤੇ ਸਫਾਈ ਦਾ ਧਿਆਨ ਰੱਖਣਾ, ਕੱਪੜੇ ਨੂੰ ਮਾੜਾ ਜਿਹਾ ਘੱਟਾ ਮਿੱਟੀ ਲੱਗਣ ਤੇ ਅਚਵੀ ਮਹਿਸੂਸ ਕਰਨਾ ਆਦਿ ਕਿਰਿਆਵਾਂ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਅਚੇਤ ਮਨ 'ਚ ਕੋਈ ਡਰ ਬੈਠਾ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਈ ਵਾਰੀ ਕੁੰਡੀ ਚੈੱਕ ਕਰਨੀ, ਆਪ ਹੀ ਕੁੰਡੀ ਲਗਾਈ ਹੋਵੇ ਭਾਵੇਂ ਫਿਰ ਵੀ ਚੈੱਕ ਕਰਨੀ ਜਾਂ ਵਾਰੀ-ਵਾਰੀ ਪੁੱਛੀ ਜਾਣਾ। ਇਹ ਮਾਨਸਿਕ ਰੋਗ ਹਾਲਤ ਵੀ ਮਨੋਰੋਗ ਦਾ ਰੂਪ ਧਾਰ ਸਕਦੀ ਹੈ। ਇਸ ਲਈ ਇਹਨੂੰ ਸ਼ੁਰੂ 'ਚ ਹੀ ਕਾਬੂ ਕਰਨਾ ਚਾਹੀਦਾ ਹੈ। ਪ੍ਰਤੀਕਵਾਦ ਇੱਕ ਹੋਰ ਕਿਸਮ ਹੈ ਜਿਸ 'ਚ ਆਦਮੀ ਪ੍ਰਤੀਕਾਂ ਰਾਹੀਂ ਆਪਣੀ ਲੁਕੀ ਹੋਈ ਗੁੰਝਲ ਦਾ ਪ੍ਰਗਟਾਵਾ ਕਰਦਾ, ਜਿਵੇਂ ਅੰਗਰੇਜ਼ੀ ਨੂੰ ਤੋੜ ਮਰੋੜ ਕੇ ਪੇਸ਼ ਕਰਨਾ, ਸਲੈਂਗ ਮਤਲਬ ਦਾੜੀ ਨੂੰ ਕਦੇ ਰੱਖ ਲੈਣਾ ਤੇ ਕਦੇ ਫ੍ਰੈਂਚ ਕੱਟ ਜਾਂ ਕਦੀ ਹੋਰ, ਰੰਗ ਬਿਰੰਗੇ ਨਵੇਂ ਡਿਜ਼ਾਈਨਾਂ ਦੇ ਕੱਪੜੇ ਪਾਉਣਾ। ਇਹਨਾਂ ਪ੍ਰਤੀਕਾਂ ਦਾ ਮੁੱਖ ਮਕਸਦ ਆਪਣੇ ਆਪ 'ਚ ਵੱਖਰਾਪਨ ਲਿਆ ਕੇ ਆਪਣੇ ਆਪ ਨੂੰ ਮਾਨਤਾ ਦਿਵਾਉਣਾ ਹੈ। ਚੁੱਪ ਰਹਿਣਾ ਇਹ ਵੀ ਆਮ ਪ੍ਰਗਟਾਵਾ ਹੈ ਜਿਸ 'ਚ ਵਿਅਕਤੀ ਆਪਣੇ ਵਿਚਾਰਾਂ ਦਾ ਕੋਈ ਪ੍ਰਗਟਾਵਾ ਨਹੀਂ ਕਰਦੇ ਤੇ ਨਾ ਹੀ ਕਿਸੇ ਗੱਲ ਦੀ ਪ੍ਰਤੀਕਿਰਿਆ ਵਜੋਂ ਹੀ ਸਾਹਮਣੇ ਆਉਂਦੇ ਹੈ। ਇਹਦੇ ਉਲਟ ਵੀ ਕੁਝ ਲੋਕ ਹੁੰਦੇ ਆ ਜੋ ਕਿ ਜ਼ਿੰਦਗੀ ਨੂੰ ਇੱਕ ਮਜ਼ਾਕ ਸਮਝਦੇ ਆ ਤੇ ਜ਼ਿੰਦਗੀ ਦੇ ਗੰਭੀਰ ਮਸਲਿਆਂ ਨੂੰ ਤੋੜ ਮਰੋੜ ਕੇ ਹਾਸੇ ਵਿੱਚ ਹੀ ਟਾਲ ਦਿੰਦੇ ਆ। ਇਹ ਸੁਭਾਅ ਦੇ ਵੱਖ-ਵੱਖ ਰੂਪ ਹਨ ਜੋ ਕਿ ਸਮਾਜ ਵਿੱਚ ਮਾਨਤਾ ਪ੍ਰਾਪਤ ਵੀ ਹਨ, ਪ੍ਰਚਲਿਤ ਵੀ ਹਨ, ਨਿੰਦਣਯੋਗ ਵੀ ਹਨ ਤੇ ਮਨੋਰੋਗ ਦੀ ਮੁੱਢਲੀ ਹਾਲਤ ਵੀ ਦਰਸਾਉਂਦੇ ਹਨ। ਇੱਕ ਸਮਾਜੀ ਮਨੋਵਿਗਿਆਨੀ ਰਾਬਰਟ ਮਾਰਟਨ ਨੇ ਵੀ ਮਨੁੱਖੀ ਵਿਵਹਾਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਮਾਰਟਨ ਮੁਤਾਬਕ ਸਮਾਜਿਕ ਸੰਸਥਾਵਾਂ ਵੱਲੋਂ ਮਿੱਥੇ ਹੋਏ ਮੰਤਵ ਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਬਣਾਏ ਗਏ ਨਿਯਮ ਜੇ ਕੋਈ ਇਹਨਾਂ ਦੋਹਾਂ ਦੀ ਪੁਸ਼ਟੀ ਕਰਦਾ ਹੈ ਤਾਂ ਸਮਾਜ ਮੁਤਾਬਕ ਉਸ ਵਿਅਕਤੀ ਦਾ ਵਿਵਹਾਰ ਮਾਨਤਾ ਪ੍ਰਾਪਤ ਮੰਨਿਆ ਜਾਂਦਾ ਹੈ। ਇਹਨਾਂ ਵਿਵਹਾਰਾਂ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ: ਸਮਾਜ ਵੱਲੋਂ ਮਿੱਥੇ ਮੰਤਵ, ਸਮਾਜ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਦੋਹੇ ਮਨਜ਼ੂਰ, ਮਾਨਤਾ ਪ੍ਰਾਪਤ ਵਿਵਹਾਰ। ਇਹ ਤੋਂ ਇਲਾਵਾ ਕੋਈ ਵੀ ਵਿਵਹਾਰ ਥਿੜਕਣ ਦੱਸਿਆ ਜਾਂਦਾ ਹੈ। ਪਹਿਲਾ ਸਮਾਜ ਵੱਲੋਂ ਮਿੱਥੇ ਮੰਤਵ ਮਨਜ਼ੂਰ, ਦਿਸ਼ਾ ਨਿਰਦੇਸ਼ ਨਾ ਮਨਜ਼ੂਰ, ਨਵੇਂ ਵਿਵਹਾਰ ਕਰਨਾ। ਦੂਸਰਾ ਹੈ ਸਮਾਜ ਵੱਲੋਂ ਮਿੱਥੇ ਮੰਤਵ ਨਾ ਮਨਜ਼ੂਰ, ਦਿਸ਼ਾ ਨਿਰਦੇਸ਼ ਮਨਜ਼ੂਰ, ਰੂੜੀਵਾਦੀ। ਤੀਸਰਾ ਸਮਾਜ ਵੱਲੋਂ ਮਿਲੇ ਮੰਤਵ ਨਾ ਮਨਜ਼ੂਰ, ਦਿਸ਼ਾ ਨਿਰਦੇਸ਼ ਨਾ ਮਨਜ਼ੂਰ, ਪਿੱਛੇ ਹਟਣਾ, ਪੂਰੀ ਤਬਦੀਲੀ ਲਈ ਸੰਘਰਸ਼। ਸਾਰੀ ਗੱਲ ਦਾ ਸਿੱਟਾ ਇਹ ਨਿਕਲਦਾ ਹੈ ਕਿ ਹਰ ਸਮਾਜ ਦੇ ਦਿਸ਼ਾ ਨਿਰਦੇਸ਼ ਵੱਖਰੇ ਹੁੰਦੇ ਹਨ, ਸੰਸਕਾਰ ਵੱਖਰੇ ਹੁੰਦੇ ਹਨ, ਇਸ ਲਈ ਮਾਨਸਿਕਤਾ ਦੀ ਉਸਾਰੀ ਵੀ ਵੱਖਰੀ ਹੁੰਦੀ ਹੈ। ਇਸ ਪਰਿਪੇਖ 'ਚ ਕਿਸੇ ਵਿਅਕਤੀ ਨੇ ਕਿਸ ਤਰ੍ਹਾਂ ਦੇ ਵਿਚਲਤ ਵਿਹਾਰ 'ਚ ਸਾਹਮਣੇ ਆਉਣਾ ਹੈ ਕੋਈ ਪਹਿਲਾਂ ਹੀ ਅੰਦਾਜ਼ਾ ਨਹੀਂ ਲਗਾ ਸਕਦਾ, ਪਰ ਇੱਕ ਗੱਲ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਵਿਅਕਤੀ ਦਾ ਵਿਵਹਾਰ ਕਦੋਂ ਥਿੜਕ ਗਿਆ, ਉਹਨੂੰ ਕਿਸ ਤਰ੍ਹਾਂ ਦੀ ਸਲਾਹ ਦੀ ਲੋੜ ਹੈ। ਧੰਨਵਾਦ।